ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 27 ਜੁਲਾਈ ਹੈ ਤੇ ਦਿਨ ਮੰਗਲਵਾਰ ਹੈ। ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਖਾਸ ਖਬਰਾਂ ਤੁਹਾਨੂੰ ਦੱਸ ਦਿੰਨੇ ਆ ਤੇ ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਦੇ ਦਈਏ ਤਾਂ ਅੱਜ ਪੰਜਾਬ ਦੇ ਵਿੱਚ ਮੌਸਮ ਠੰਡਾ ਹੀ ਬਣਿਆ ਹੋਇਆ, ਯਾਨੀ ਕਿ ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲ ਰਹੀਆਂ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। मौसम के बारे विस्तार ਦੇ ਵਿੱਚ ਜਾਣਕਾਰੀ 9 ਵਜੇ ਦੇ ਵੈਦਰ ਬੁਲੇਟਿਨ ਦੇ ਵਿੱਚ ਤੁਹਾਨੂੰ ਦੇਵਾਂਗੇ। ਕੱਲ ਕਿਸਾਨ ਸੰਸਦ ਦੇ ਵਿੱਚ ਬੀਬੀਆਂ ਨੇ ਆਪਣਾ ਦਮਖਮ ਦਿਖਾਇਆ, ਮੋਦੀ ਸਰਕਾਰ ਨੂੰ ਰੱਜ ਕੇ ਲਲਕਾਰਿਆ ਅਤੇ ਲਾਹਨਤਾਂ ਪਾਈਆਂ। ਕਿਸਾਨ ਬੀਬੀਆਂ ਦੀ ਸੰਸਦ ਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ। ਕਿਸਾਨ ਮੋਰਚੇ ਵਿੱਚ ਸ਼ਹੀਦ ਔਰਤਾਂ ਤੇ ਮਰਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਔਰਤਾਂ ਲਈ ਸੰਸਦ ਵਿੱਚ 33% ਦੀ ਰਾਖਵੇਂ ਕਰਨ ਦੀ ਮੰਗ ਕੀਤੀ ਗਈ। ਬੀਜੇਪੀ ਲੀਡਰਾਂ ਦੇ ਕਿਸਾਨ ਅੰਦੋਲਨ ਬਾਰੇ ਮੰਦਾ ਬੋਲਣ ਬਾਰੇ ਦਾ ਪ੍ਰਸਤਾਵ ਪਾਸ ਕੀਤਾ ਗਿਆ। ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਪਤਨੀਆਂ ਦੇ ਹੱਕਾਂ ਬਾਰੇ ਮਤਾ ਪਾਸ ਕੀਤਾ ਗਿਆ। ਕਿਸਾਨ ਔਰਤਾਂ ਦੀ ਕਿਸਾਨ ਅੰਦੋਲਨ ਵਿੱਚ ਭਾਗੀਦਾਰੀ ਨੂੰ ਅੰਕਿਤ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਉਧਰ ਲੋਕ ਸਭਾ ਦੇ ਵਿੱਚ ਹੰਗਾਮੇ ਦੌਰਾਨ 2 ਬਿੱਲ ਪਾਸ ਕਰ ਦਿੱਤੇ ਗਏ। ਪੈਗਾਸਸ ਜਾਸੂਸੀ ਕਾਂਡ ਤੇ ਕਿਸਾਨਾਂ ਦੇ ਮੁੱਦਿਆਂ ਤੇ ਦੋਵਾਂ ਸਦਨਾਂ ਦੇ ਵਿੱਚ ਕੱਲ ਹੰਗਾਮਾ ਹੋਇਆ। ਰਾਜ ਸਭਾ ਤਾਂ 5 ਵਾਰੀ ਮੁਲਤਵੀ ਕਰਨੀ ਪਈ ਤੇ ਹਕੂਮਤ ਨੇ ਬਹਿਸ ਕੀਤੇ ਬਿਨਾਂ ਹੀ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ। ਇਹ ਬਿੱਲ ਫੈਕਟਰਿੰਗ ਰੈਗੂਲੇਸ਼ਨ ਸੋਧ ਬਿੱਲ 2020 ਅਤੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨੋਲੋਜੀ ਐਂਟਰਪ੍ਰੀਨਿਓਰਸ਼ਿਪ ਐਂਡ ਮੈਨੇਜਮੈਂਟ ਬਿੱਲ 2021 ਪੇਸ਼ ਕੀਤੇ ਗਏ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ 5ਵੀਂ ਵਾਰੀ ਕੰਮ ਰੋਕੂ ਮਤਾ ਪੇਸ਼ ਕੀਤਾ। ਅਕਾਲੀਆਂ ਨੇ ਕੱਲ ਵੀ ਸੰਸਦ ਦੇ ਬਾਹਰ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਰੋਸ ਮੁਜ਼ਾਹਰਾ ਕੀਤਾ ਤੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਰਾਹੁਲ ਗਾਂਧੀ ਟਰੈਕਟਰ ਤੇ ਚੜ੍ਹ ਕੇ ਆਪਣੇ ਐਮਪੀਜ਼ ਨਾਲ ਸੰਸਦ ਤੱਕ ਪਹੁੰਚੇ। ਰਾਹੁਲ ਗਾਂਧੀ ਦੇ ਇਸ ਕਦਮ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੜਫ ਉੱਠੇ, ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ। ਨਰਿੰਦਰ ਤੋਮਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨਾਂ ਦੇ ਕੋਲ ਕੋਈ ਪ੍ਰਸਤਾਵ ਹੀ ਨਹੀਂ ਹੈ, ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਉਸ ਤੋਂ ਬਾਅਦ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲਾ ਨੇ ਦੇਰ ਰਾਤ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਇਸ ਬਿਆਨ ਦਾ ਤਿੱਖੇ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਤੇ ਤੱਥਾਂ ਸਮੇਤ ਜਵਾਬ ਦਿੱਤਾ। ਸਤਿ ਸ੍ਰੀ ਅਕਾਲ ਜੀ ਕਿਸਾਨ ਦੋਸਤੋ, ਅੱਜ ਫਿਰ ਨਰਿੰਦਰ ਤੋਮਰ ਦਾ ਇੱਕ ਬਿਆਨ ਆਇਆ ਜਿਹਦੇ 'ਚ ਉਹਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੇ ਕੋਲੇ ਕੋਈ ਪ੍ਰਸਤਾਵ ਨਹੀਂ, ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਕਿਸਾਨ ਇਸ ਕਰਕੇ ਨਹੀਂ ਗੱਲ ਕਰਦੇ ਕਿ ਇਹਨਾਂ ਕੋਲੇ ਕੋਈ ਪ੍ਰਸਤਾਵ ਨਹੀਂ, ਇਹਨਾਂ ਕੋਲੇ ਕੋਈ ਜਵਾਬ ਨਹੀਂ। ਮੈਂ ਨਰਿੰਦਰ ਤੋਮਰ ਦੇ ਇਸ ਬਿਆਨ ਦਾ ਜਵਾਬ ਦੇਣਾ ਚਾਹੁੰਦਾ ਹਾਂ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਮਾਨਯੋਗ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੂੰ ਕਿ ਤੁਸੀਂ ਮੰਤਰੀ ਹੋ, ਤੁਹਾਨੂੰ ਘੱਟੋ ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸਤਾਵ ਨਹੀਂ, ਕਿਸਾਨਾਂ ਨੇ ਡਿਮਾਂਡ ਕਰਨੀ ਹੈ, ਉਹ ਡਿਮਾਂਡ ਕਰ ਚੁੱਕੇ ਆ। ਪ੍ਰਸਤਾਵ ਦੇਣਾ ਹੈ ਤਾਂ ਤੁਸੀਂ ਦੇਣਾ ਹੁੰਦਾ, ਸਰਕਾਰ ਨੇ ਦੇਣਾ ਹੁੰਦਾ ਹੈ। ਤੁਹਾਨੂੰ ਘੱਟੋ ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਐਕਸਪ੍ਰੈਸ ਵੇ ਦੇ ਲਈ ਐਕਵਾਇਰ ਕੀਤੀ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਦੇ ਮਾਮਲੇ ਵਿੱਚ ਕੇਂਦਰੀ ਸੜਕੀ ਆਵਾਜਾਈ ਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ। ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਿਸ਼ਨ 2022 ਦੇ ਲਈ ਤਿਆਰੀ ਵਿੱਢ ਦਿੱਤੀ ਹੈ। ਕੱਲ 4 ਨਵੇਂ ਵਰਕਿੰਗ ਪ੍ਰਧਾਨਾਂ ਦੇ ਨਾਲ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੇ ਨਾਲ ਬੈਠਕ ਕੀਤੀ। ਪਰਸੋਂ ਨਵਜੋਤ ਸਿੰਘ ਸਿੱਧੂ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਸੀ ਤਾਂ ਕਿਸਾਨਾਂ ਨੇ ਸਿੱਧੂ ਦਾ ਵਿਰੋਧ ਕੀਤਾ ਸੀ। ਹੁਣ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਿੱਧੂ ਦਾ ਕਈ ਵਾਰੀ ਵਿਰੋਧ ਕੀਤਾ ਜਾ ਚੁੱਕਿਆ ਪ੍ਰਧਾਨ ਬਣਨ ਤੋਂ ਬਾਅਦ, ਤੇ ਚਮਕੌਰ ਸਾਹਿਬ ਦੇ ਵਿੱਚ ਸਿੱਧੂ ਦਾ ਵਿਰੋਧ ਕਿਸਾਨਾਂ ਨੇ ਕੀਤਾ ਤਾਂ ਪੁਲਿਸ ਨੇ 45 ਦੇ ਕਰੀਬ ਕਿਸਾਨਾਂ ਖਿਲਾਫ ਪਰਚੇ ਦਰਜ ਕਰ ਲਏ ਨੇ ਤੇ ਕਿਸਾਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਪਰਚੇ ਅਸੀਂ ਬਿਨਾਂ ਦੋਸ਼ ਤੋਂ ਕੀਤੇ ਬਰਦਾਸ਼ਤ ਨਹੀਂ ਕਰਾਂਗੇ। ਰੋਪੜ ਦੇ ਵਿੱਚ ਕਿਸਾਨਾਂ ਨੇ ਰੋਸ ਮੁਜ਼ਾਹਰਾ ਵੀ ਕੀਤਾ ਤੇ ਕਿਸਾਨਾਂ ਦੀ ਘੁਰਕੀ ਤੋਂ ਬਾਅਦ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂ ਟਰਨ ਲੈ ਲਿਆ। ਕੈਬਨਿਟ ਮੰਤਰੀ ਨੇ ਪਹਿਲਾਂ ਇਹਨਾਂ ਕਿਸਾਨਾਂ ਨੂੰ ਸ਼ੱਕੀ ਅਨਸਰ ਦੱਸਿਆ ਸੀ ਤੇ ਕੱਲ ਉਹਨਾਂ ਨੂੰ ਕਿਸਾਨਾਂ ਖਿਲਾਫ ਦਰਜ ਪੁਲਿਸ ਕੇਸ ਰੱਦ ਕਰਾਉਣ ਲਈ ਪੁਲਿਸ ਨੂੰ ਚਿੱਠੀ ਲਿਖਣੀ ਪੈ ਗਈ। ਹਰਿਆਣਾ ਦੇ ਪਿਹੋਵਾ ਦੇ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਬੀਜੇਪੀ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ।
ਤੇ ਹਰਿਆਣਾ ਵਿੱਚ ਜੀਂਦ ਦੇ ਖਟਕੜ ਟੋਲ ਪਲਾਜ਼ੇ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਕਿਸਾਨਾਂ ਨੇ ਜੀਂਦ ਵਿੱਚ ਆਜ਼ਾਦੀ ਦਿਹਾੜੇ ਮੌਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ। ਬੀਜੇਪੀ ਤੇ ਜੇਜੇਪੀ ਲੀਡਰਾਂ ਨੂੰ ਤਿਰੰਗਾ ਨਾ ਲਹਿਰਾਉਣ ਦੇਣ ਦਾ ਵੀ ਐਲਾਨ ਕਿਸਾਨਾਂ ਨੇ ਇੱਥੇ ਕਰ ਦਿੱਤਾ ਹੈ। ਮੁਕੇਰੀਆਂ ਖੰਡ ਮਿੱਲ ਦੇ ਮੂਹਰੇ ਗੰਨੇ ਦੇ ਬਕਾਏ ਲਈ ਕਿਸਾਨਾਂ ਨੇ ਪੱਕਾ ਧਰਨਾ ਲਾ ਦਿੱਤਾ। ਕਿਸਾਨਾਂ ਦੇ ਵੱਲੋਂ ਗੰਨੇ ਦੇ 45 ਕਰੋੜ ਰੁਪਏ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਹੈ। ਧਰਨੇ ਦੇ ਵਿੱਚ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਿਸਾਨ ਵੀ ਪਹੁੰਚੇ। ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਕੱਲੇ ਲੜੇਗੀ। ਬਾਦਲਾਂ ਵਾਂਗ ਕਾਂਗਰਸ ਤੋਂ ਵੀ ਦੁਖੀ ਨੇ ਪੰਜਾਬ ਦੇ ਲੋਕ, ਇਹ ਕਿਹਾ ਭਗਵੰਤ ਮਾਨ ਨੇ। ਕੱਲ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਲੀਡਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਤੇ ਸਵਾਗਤ ਕੀਤਾ। ਡੇਰਾ ਬਾਬਾ ਨਾਨਕ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੇ ਮੂਹਰੇ ਕੱਲ ਕਿਸਾਨਾਂ ਨੇ ਜ਼ਮੀਨ ਦੇ ਮੁਆਵਜ਼ੇ ਲਈ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਦਿੱਤਾ। ਕਿਸਾਨਾਂ ਨੇ ਲਾਂਘਾ ਬੰਦ ਕਰਕੇ ਪ੍ਰਦਰਸ਼ਨ ਕੀਤਾ। ਚੈੱਕ ਪੋਸਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਅੰਦਰ ਜਾਣ ਤੋਂ ਕਿਸਾਨਾਂ ਨੇ ਰੋਕ ਦਿੱਤਾ। ਮੋਗਾ ਪਹੁੰਚੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕੱਚੇ ਬਿਜਲੀ ਕਾਮਿਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਜ਼ੋਰਦਾਰ ਵਿਰੋਧ ਕੀਤਾ। ਤੇ ਕੱਲ ਪੀਆਰਟੀਸੀ ਪੰਜਾਬ ਰੋਡਵੇਜ਼ ਤੇ ਪਨ ਬੱਸ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੇ ਪੰਜਾਬ ਦੇ ਸਾਰੇ ਬੱਸ ਅੱਡੇ 2 ਘੰਟਿਆਂ ਤੱਕ ਸੀਲ ਕਰਕੇ ਰੱਖੇ। ਬੇਅਦਬੀ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਵੱਡਾ ਇਕੱਠ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦਿਆ ਸੀ। ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ। ਜਥੇਦਾਰ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਵਿੱਚ ਹੁਣ ਸਾਨੂੰ ਕਾਨੂੰਨ ਤੋਂ ਨਿਆਂ ਦੀ ਕੋਈ ਆਸ ਨਹੀਂ ਹੈ। ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸਿੱਖ ਕੌਮ ਹੁਣ ਇਕਜੁੱਟ ਹੋਵੇਗੀ। ਅੰਮ੍ਰਿਤਸਰ ਦੇ ਵਿੱਚ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪੇਸ਼ਕਸ਼ ਪੱਤਰ ਦੇ ਦਿੱਤੇ ਗਏ ਨੇ ਤੇ ਇਹ ਪੱਤਰ ਮਿਲਣ ਤੋਂ ਬਾਅਦ ਹੁਣ ਪੀੜਤ ਪਰਿਵਾਰਾਂ ਦੇ ਲਈ ਨੌਕਰੀਆਂ ਦਾ ਰਾਹ ਪੱਧਰਾ ਹੋ ਗਿਆ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਵੀ ਕੱਲ ਸੀਨੀਅਰ ਸੈਕੰਡਰੀ ਰੈਗੂਲਰ ਤੇ ਕੰਪਾਰਟਮੈਂਟ ਪ੍ਰੀਖਿਆ 2021 ਦਾ ਨਤੀਜਾ ਐਲਾਨ ਦਿੱਤਾ ਹੈ, ਯਾਨੀ ਕਿ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ ਤੇ ਨਤੀਜਾ 100% ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵੀ 31 ਜੁਲਾਈ ਤੋਂ ਪਹਿਲਾਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਦੇ ਵਿੱਚ ਮੋਤੀ ਮਹਿਲ ਵੱਲ ਨੂੰ ਜਾਂਦੇ ਰਾਹ ਨੂੰ ਪੁਲਿਸ ਨੇ 6 ਮਹੀਨਿਆਂ ਬਾਅਦ ਅਚਾਨਕ ਖੋਲ੍ਹ ਦਿੱਤਾ ਹੈ। ਧਰਨੇ ਮੁਜ਼ਾਹਰਿਆਂ ਕਰਕੇ ਪੁਲਿਸ ਨੇ 3 ਪਰਤੀ ਬੈਰੀਕੇਡਿੰਗ ਕੀਤੀ ਸੀ ਤੇ ਹੁਣ ਕੈਪਟਨ ਦੇ ਘਰ ਨੂੰ ਜਾਂਦਾ ਰਾਹ ਅਚਾਨਕ ਪੁਲਿਸ ਵੱਲੋਂ ਖੋਲ੍ਹੇ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਜ਼ਰੂਰ ਹੋਣ ਲੱਗੀ ਹੈ, ਕਿਉਂਕਿ ਪਟਿਆਲੇ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਘਰ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰਾਂ ਦੇ ਵਿਸਥਾਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਖਬਰ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਆ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਇਕੱਠ ਸੱਦਿਆ ਸੀ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਮੀਟਿੰਗ ਦੇ ਵਿੱਚ ਪਹੁੰਚੀਆਂ ਸੀ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਸ਼ਾਮਿਲ ਹੋਏ। ਜਥੇਦਾਰ ਹਰਪ੍ਰੀਤ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਹੁਣ ਸਾਨੂੰ ਕਾਨੂੰਨ ਤੋਂ ਆਸ ਨਹੀਂ ਹੈ। ਹੁਣ ਕਹਿੰਦੇ ਕਿ ਸਿੱਖ ਸੰਗਤ ਨੂੰ ਨਾਲ ਲੈ ਕੇ ਹੀ ਅਸੀਂ ਲਾਮਬੰਦੀ ਕਰਾਂਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ। ਮੀਟਿੰਗ ਦੇ ਵਿੱਚ ਜਥੇਦਾਰ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਦਿਆਂ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜਦੋਂ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸੂਲੀ ਤੇ ਨਹੀਂ ਟੰਗਿਆ ਜਾਂਦਾ ਸਾਡੇ ਹਿਰਦੇ ਸ਼ਾਂਤ ਹੋਣ ਵਾਲੇ ਨਹੀਂ ਹਨ। ਤਾਂ ਜਿੰਨਾ ਚਿਰ ਦੋਸ਼ੀਆਂ ਨੂੰ ਸੂਲੀ ਤੇ ਨਹੀਂ ਟੰਗਿਆ ਜਾਂਦਾ ਅਸੀਂ ਸੈਟੀਸਫਾਈ ਹੋ ਹੀ ਨਹੀਂ ਸਕਦੇ। ਸਾਨੂੰ ਕਾਨੂੰਨ ਤੋਂ ਉਮੀਦ ਵੀ ਕੋਈ ਨਹੀਂ ਹੈ ਜੀ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਸਾਰੀਆਂ ਜਥੇਬੰਦੀਆਂ ਵਿਦਵਾਨਾਂ ਦੇ ਨਾਲ ਸਾਂਝੀ ਲਾਮਬੰਦੀ ਕਰਾਂਗੇ, ਜਿਹਦੇ ਨਾਲ ਅਸੀਂ ਦੋਸ਼ੀਆਂ ਨੂੰ ਜਿਹੜਾ ਹੈ ਉਹ ਸਖਤ ਸਜ਼ਾਵਾਂ ਦਿਵਾਉਣ ਦਾ ਵੀ ਜਿਹੜੀ ਵਿਵਸਥਾ ਕਰਾਂਗੇ ਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਜਿਹੜੀਆਂ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਜਿਹੜੀਆਂ ਘਟਨਾਵਾਂ ਇਹਨੂੰ ਰੋਕਣ ਦੇ ਲਈ ਉਪਰਾਲੇ ਵੀ ਕਰਾਂਗੇ। ਅਸੀਂ ਇੱਕ 5 ਮੈਂਬਰੀ ਕਮੇਟੀ ਬਣਾਵਾਂਗੇ ਜਿਹੜੀ ਸਿੱਖ ਚਿੰਤਕਾਂ ਦੇ ਨਾਲ, ਸਿੱਖ ਸੰਪਰਦਾਵਾਂ ਦੇ ਮੁਖੀਆਂ ਨਾਲ, ਸਾਡੇ ਜਿਹੜੇ ਕਾਲਜ ਨੇ, ਵਿਦਿਆਲੇ ਨੇ, ਉਹਨਾਂ ਦੇ ਪ੍ਰਿੰਸੀਪਲਾਂ ਨਾਲ, ਜਿਹੜੇ ਵਿਦਿਆਰਥੀ ਨੇ ਸਾਡੇ ਕਥਾ ਕਰਦੇ ਨੇ, ਪ੍ਰਚਾਰ ਕਰਦੇ ਨੇ, ਜਿਹੜੇ ਵੀ ਸਾਡੇ ਪ੍ਰਚਾਰ ਦੇ ਫੀਲਡ ਦੇ ਵਿੱਚ ਵਿਚਰਦੇ ਨੇ, ਚਾਹੇ ਉਹ ਲਿਖਤੀ ਪ੍ਰਚਾਰ ਕਰਦੇ ਨੇ, ਬੋਲ ਕੇ ਪ੍ਰਚਾਰ ਕਰਦੇ ਨੇ, ਕੀਰਤਨ ਰਾਹੀਂ ਪ੍ਰਚਾਰ ਕਰਦੇ ਨੇ, ਕਥਾ ਰਾਹੀਂ ਪ੍ਰਚਾਰ ਕਰਦੇ ਨੇ, ਉਹਨਾਂ ਸਾਰਿਆਂ ਦੇ ਸੁਝਾਅ ਜਿਹੜੇ ਆ ਕਮੇਟੀ ਜਾ ਕੇ ਉਹਨਾਂ ਤੋਂ ਲਏਗੀ। ਅਸੀਂ ਸੁਝਾਅ ਲਵਾਂਗੇ ਤੇ ਇਹਨਾਂ ਦਾ ਹੱਲ ਵੀ ਪੁੱਛਾਂਗੇ ਕਿ ਇਹਨਾਂ ਘਟਨਾਵਾਂ ਨੂੰ ਰੋਕਣ ਦਾ ਹੱਲ ਕੀ ਹੈ, ਫਿਰ ਉਹਦੇ ਤੇ ਅਮਲਦਾਰੀ ਕਰਾਂਗੇ। ਗੁਰਦੁਆਰਾ ਕਮੇਟੀਆਂ ਨੂੰ ਅਸੀਂ ਇਹੋ ਹਦਾਇਤ ਕਰਨਾ ਚਾਹੁੰਦੇ ਹਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਪਹਿਲਾਂ ਤਾਂ ਉਹ ਆਪ ਸਾਬਤ ਸੂਰਤ ਅੰਮ੍ਰਿਤਧਾਰੀ ਹੋਣ ਤੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਨ ਸਤਿਕਾਰ ਨੂੰ ਕਾਇਮ ਰੱਖਦਿਆਂ ਅਜਿਹੀ ਜਿਹੜੀ ਹੈ ਵਿਵਸਥਾ ਕਰਨ ਕਿ ਕੋਈ ਵੀ ਜਿਹੜਾ ਹੈ ਸ਼ਰਾਰਤੀ ਅਨਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਢਾਹ ਨਾ ਲਾ ਸਕੇ। ਸਾਰਿਆਂ ਨੂੰ ਅਸੀਂ ਜਿਹੜਾ ਹੈ ਉਹ ਕਹਾਂਗੇ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਲੋੜ ਹੈ
ਉੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਮਹਿਮਾ, ਸਿਧਾਂਤਾਂ ਤੇ ਪਰੰਪਰਾਵਾਂ ਦਾ ਪ੍ਰਚਾਰ ਜਿਹੜਾ ਹੈ ਇਹ ਸੰਤ ਮਹਾਂਪੁਰਖ ਜ਼ਰੂਰ ਕਰਨ। ਬਿਲਕੁਲ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਇਹ ਲਿਵਿੰਗ ਗੁਰੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਨੇ। ਇਸ ਕਰਕੇ ਸਰਕਾਰ ਦਾ ਆਪੇ ਫਰਜ਼ ਬਣਦਾ ਹੈਗਾ ਅਸੀਂ ਕਿ ਇਹੋ ਜਿਹੇ ਜਿੱਥੇ ਕਿਤੇ ਘਟਨਾ ਕਰਨ ਵਾਲੇ ਜਿਹੜੇ ਆ ਘਟੀਆ ਕਿਸਮ ਦੇ ਲੋਕ ਸਾਹਮਣੇ ਆਉਂਦੇ ਆ, ਫੜੇ ਜਾਂਦੇ ਆ, ਤੇ ਉਹਨਾਂ ਨੂੰ ਜਿਹੜਾ ਸਜ਼ਾ ਦੇ ਅੰਜਾਮ ਤੱਕ ਪਹੁੰਚਾਵੇ। ਜੋ ਇਹ ਖੱਟੜਾ ਸਾਹਿਬ ਬੋਲੇ ਨੇ ਉਹ ਵੀਡੀਓ ਜਿਹੜੀ ਅਸੀਂ ਉਹਦੇ ਰਿਲੀਜ਼ ਕਰ ਦਾਂਗੇ, ਤੁਸੀਂ ਸੁਣ ਲਿਓ ਸਾਰੇ ਕੀ ਘਟਨਾਕ੍ਰਮ ਹੋਇਆ, ਕਿਸ ਤਰ੍ਹਾਂ ਕੇਸ ਚੱਲੇ ਆ, ਉਹ ਸਾਰਾ ਸਾਹਮਣੇ ਆ। ਤੁਸੀਂ ਵੀਡੀਓ ਜਿਹੜੀ ਉਹ ਬੋਲਿਆ ਉਹ ਆਈ ਜਾਏਗੀ ਸਾਰਿਆਂ ਦੇ ਸਾਹਮਣੇ, ਤੁਸੀਂ ਸੁਣ ਲਿਓ। ਦੇਖੋ, ਮੈਂ ਮੀਡੀਆ ਨੂੰ ਵੀ ਇਹ ਅਪੀਲ ਕਰਨੀ ਚਾਹਾਂਗਾ ਕਿ ਕੋਈ ਵੀ VIP ਆਉਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਵੀ ਬਣਾਇਆ ਕਿ ਪ੍ਰਕਰਮਾਂ ਦੇ ਵਿੱਚ ਉਹਦੀ ਜਿਹੜੀ ਇੰਟਰਵਿਊ ਜਾਂ ਬਾਈਟ ਜਿਹੜੀ ਆ ਉਹ ਨਾ ਹੀ ਲਈ ਜਾਵੇ। ਤੇ ਮੇਰੇ ਖਿਆਲ ਅੰਮ੍ਰਿਤਸਰ ਦੀ ਪ੍ਰੈਸ ਜਿਹੜੀ ਆ ਉਹ ਅਮਲਦਾਰੀ ਕਰਦੀ ਹੈ। ਉਸ ਦਿਨ ਕੋਈ ਜ਼ਰੂਰ ਬਾਹਰ ਦਾ ਪੱਤਰਕਾਰ ਹੋਏਗਾ ਜਿਹਨੇ ਇਸ ਨਿਯਮ ਦੀ ਅਣਦੇਖੀ ਕੀਤੀ ਹੈ ਤੇ ਜਿਹਦਾ ਸੰਗਤਾਂ ਨੇ ਬੁਰਾ ਬਣਾਇਆ। ਤੇ ਅਸੀਂ ਪ੍ਰੈਸ ਨੂੰ ਇਹ ਜ਼ਰੂਰ ਕਹਾਂਗੇ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਯਮ ਬਣਾਇਆ ਕਿ ਪ੍ਰਕਰਮਾਂ ਦੇ ਵਿੱਚ ਕਿਸੇ VIP ਦੀ ਇੰਟਰਵਿਊ ਜਾਂ ਬਾਈਟ ਜਿਹੜੀ ਹੈ ਨਾ ਕੀਤੀ ਜਾਵੇ, ਇਹਦੇ ਤੇ ਪ੍ਰੈਸ ਜ਼ਰੂਰ ਅਮਲਦਾਰੀ ਕਰੇ। ਇਸੇ ਦਰਮਿਆਨ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਵੱਡੀ ਬੇਅਦਬੀ ਦੀ ਘਟਨਾ ਜੋ ਬਰਗਾੜੀ ਦੇ ਵਿੱਚ ਵਾਪਰੀ ਉਸ ਦੀ ਨਿੰਦਿਆ ਕੀਤੀ, ਕਿਹਾ ਕਿ ਸਭ ਤੋਂ ਮਾੜੀ ਘਟਨਾ ਇਹ ਵਾਪਰੀ ਸੀ। ਉਹਨਾਂ ਕਿਹਾ ਕਿ 28 ਬੰਦੇ ਲੋਕੇਟ ਕੀਤੇ ਗਏ ਉਸ ਮਾਮਲੇ ਦੇ ਵਿੱਚ। ਕਹਿੰਦੇ ਜਿਨ੍ਹਾਂ ਨੇ ਬਿਆਨ ਦੇ ਵਿੱਚ ਇਹ ਕਿਹਾ ਉਹਨਾਂ 28 ਬੰਦਿਆਂ ਨੇ ਕਿ ਰਾਮ ਰਹੀਮ ਹੀ ਸਾਡਾ ਪਿਤਾ ਹੈ ਤੇ ਉਹਨੇ ਹੀ ਸਾਨੂੰ ਹੁਕਮ ਦਿੱਤੇ ਸੀ ਬੇਅਦਬੀ ਕਰਨ ਦੇ ਲਈ। ਇਹ ਸਾਰਾ ਕੁਝ ਅਸੀਂ ਉਹਨਾਂ ਦੇ ਕਹਿਣ ਤੇ ਕੀਤਾ, ਉਹਨਾਂ ਨੇ ਹਰ ਚੀਜ਼ ਦੱਸੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਜਦੋਂ ਇਸ ਮਾਮਲੇ ਲਈ ਬਣਾਈ ਗਈ ਸਿੱਟ ਦਾ ਇੰਚਾਰਜ ਲਾਇਆ ਗਿਆ ਤਾਂ ਉਸਨੇ ਕੋਟਕਪੂਰਾ ਦੇ ਵਿੱਚ ਸ਼ਹੀਦ ਹੋਏ 2 ਸਿੰਘਾਂ ਦੇ ਕਤਲ ਦੇ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਇਹ ਬੇਅਦਬੀ ਮਾਮਲੇ ਤੋਂ ਬਿਲਕੁਲ ਵੱਖਰਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੇਸ ਵੱਖਰਾ ਸੀ, ਕਾਨੂੰਨ ਵਿਵਸਥਾ ਦੀ ਉਲੰਘਣਾ ਵਾਲਾ ਸੀ। ਯਾਨੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਉਹ SGPC ਪ੍ਰਧਾਨ ਦੇ ਮੂੰਹੋਂ ਵੀ ਉਸੇ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਉਹ ਸੁਣੀ ਗਈ। ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੇਸ ਨੂੰ ਬੈਬਲ ਕਲਾਂ ਤੇ ਬਰਗਾੜੀ ਮੋਰਚੇ ਵਾਲੇ ਮਾਮਲੇ ਨਾਲ ਜੋੜਿਆ ਜਾ ਰਿਹਾ ਜੋ ਕਿ ਬੇਅਦਬੀ ਮਾਮਲੇ ਨਾਲ ਸੰਬੰਧਿਤ ਨੇ। ਕਹਿੰਦੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਵਿੱਚ ਰਾਮ ਰਹੀਮ ਦਾ ਨਾਮ ਵੀ ਸੀ ਪਰ ਨਵੀਆਂ ਫਾਈਲਾਂ ਦੇ ਵਿੱਚੋਂ ਉਸ ਦਾ ਨਾਮ ਹੀ ਗਾਇਬ ਕਰ ਦਿੱਤਾ ਗਿਆ। 28 ਬੰਦੇ ਲੋਕੇਟ ਕੀਤੇ, 28 ਸਾਰਿਆਂ ਨੇ ਜੋ ਬਿਆਨ ਦਿੱਤੇ ਸਨ ਉਹਦੇ 'ਚ ਕਿਹਾ ਗਿਆ ਸੀਗਾ ਕਿ ਜਿਹੜਾ ਰਾਮ ਰਹੀਮ ਹੈ ਉਹ ਹੀ ਸਾਡਾ ਪਿਤਾ ਹੈ, ਉਹਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ, ਉਹ ਇਹਨੇ ਸਾਡੇ ਕੋਲ ਕਰਾਇਆ। ਇਹ ਸਾਰਾ ਕੁਝ ਅਸੀਂ ਉਹਦੇ ਕਹਿਣ ਤੇ ਕੀਤਾ। 6 ਮੈਂਬਰੀ ਉਹਨਾਂ ਦੀ ਕਮੇਟੀ ਜਿਹੜੀ ਸੀ ਉਹਨਾਂ ਮੀਟਿੰਗ ਕੀਤੀ। ਉਹਨਾਂ ਨੇ ਪਿਛਲੀਆਂ ਘਟਨਾਵਾਂ ਜਿਹੜੀਆਂ ਸਾਡੇ ਕੋਈ ਪਹਿਲਾਂ ਕਰਦੇ ਸੀਗੇ, ਪ੍ਰਚਾਰ ਕਰਦੇ ਸੀ, ਉਹਦਾ ਬਦਲਾ ਲੈਣ ਵਾਸਤੇ ਕੀਤਾ। ਹਰ ਚੀਜ਼ ਉਹਨਾਂ ਨੇ 63 ਨੰਬਰ FIR ਦਰਜ ਹੋਈ, ਉਹਦਾ ਚਲਾਨ ਪੇਸ਼ ਕੀਤਾ ਗਿਆ ਔਰ ਉਹ ਕੇਸ ਜਿਹੜਾ ਚੱਲ ਰਿਹਾ। ਦੂਜਾ ਕੇਸ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਤੇ ਨਾਲ ਸੀ ਨਹੀਂ ਕੋਟਕਪੂਰਾ, ਉਹ ਜੀ ਉੱਥੇ ਹੋਇਆ ਸੀ ਜਿਹੜਾ ਧਰਨਾ ਲੱਗਾ ਸੀ, ਉੱਥੇ ਗੋਲੀ ਚੱਲੀ, ਮੁਕਾਬਲਾ ਹੋ ਗਿਆ ਪੁਲਿਸ ਦਾ ਸਿੰਘਾਂ ਦਾ, ਉੱਥੇ ਗੋਲੀ ਵਿੱਚ 2 ਮਾਰੇ ਗਏ। ਚਲੋ ਖੈਰ ਮਾੜੀ ਖਬਰ ਸੀ, ਉਹ ਸਾਰਿਆਂ ਵਾਸਤੇ ਬੜੀ ਦਰਦਨਾਕ ਘੜੀ ਸੀ ਵੀ ਉਹ ਸ਼ਹੀਦ ਕਰ ਦਿੱਤੇ ਗਏ। ਉਹ ਬੜਾ ਵੱਡਾ ਸਾਡੇ ਮਨ ਨੂੰ ਸਾਰੇ ਸੱਟ ਵੱਜੀ, ਮਾੜਾ ਹੋਇਆ। ਪਰ ਤਕਲੀਫ ਇਹ ਹੈ ਕਿ ਉਹਦੀ ਜਿਹੜੀ ਸਿੱਟ ਸੀ ਉਹਦਾ ਇੰਚਾਰਜ ਸੀਗਾ ਕੁੰਵਰ ਵਿਜੇ ਪ੍ਰਤਾਪ ਸਿੰਘ। ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਕੇਸ ਲੱਭ ਰਿਹਾ ਉਹ ਉਹਨਾਂ ਬੱਚਿਆਂ ਦੇ ਕਤਲ ਦਾ ਲੱਭ ਰਿਹਾ, ਉਹ ਕਤਲ ਨਾਲ ਸੰਬੰਧਿਤ ਹੈ। ਜਿਹੜਾ ਬਰਗਾੜੀ ਤੇ ਬੈਬਲ ਕਲਾਂ ਸੀ ਉਹ ਬੇਅਦਬੀ ਦਾ ਕੇਸ ਸੀ, 2 ਚੀਜ਼ਾਂ ਵੱਖਰੀਆਂ ਸੀ। ਇਹਦੀ 123 ਨੰਬਰ FIR ਦਰਜ ਹੋਈ, ਉਹਦੀ ਵੱਖਰੀ ਦਰਜ ਹੋਈ। ਹੁਣ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਰੌਲਾ ਉਹਦੇ ਸੀ ਗੋਲੀ ਵਾਲਾ, ਲਾਅ ਐਂਡ ਆਰਡਰ ਦਾ, ਉਹਨੂੰ ਬੈਬਲ ਕਲਾਂ ਤੇ ਬਰਗਾੜੀ ਵਾਲਾ ਕੇਸ ਬੇਅਦਬੀ ਦਾ ਸੀ, ਉਹ ਜੇ ਕੇਸ ਚੱਲ ਰਿਹਾ ਉਹਨੂੰ ਛੱਡ ਕੇ ਜਿਹੜੀ ਲਾਅ ਐਂਡ ਆਰਡਰ ਦੀ ਗੱਲ ਹੈ, ਗੋਲੀ ਦੀ ਗੱਲ ਹੈ, ਉਹਨੂੰ ਨਹੀਂ ਕੋਈ ਗੱਲ ਕਰਦਾ। ਗੱਲ ਉਹ ਬੇਅਦਬੀ ਵਾਲੀ ਗੱਲ ਜਿਹੜੀ ਹੈ ਉੱਥੇ ਬਾਰ-ਬਾਰ ਦੁਹਰਾਈ ਜਾਂਦੀ ਹੈ, ਉਹ ਸਾਰੀ ਦੁਨੀਆ ਨੂੰ ਪਤਾ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਜੁੜੀ ਖਬਰ ਹੈ। ਇਥੋਂ ਦੇ ਮੁੱਖ ਗੇਟ ਦੇ ਬਾਹਰ ਸੋਮਵਾਰ ਨੂੰ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਸਰਕਾਰ ਦੇ ਉੱਤੇ ਜ਼ਮੀਨ ਦਾ ਕਿਰਾਇਆ ਨਾ ਦੇਣ ਦਾ ਇਲਜ਼ਾਮ ਲਾਇਆ। ਜਦੋਂ ਲਾਂਘੇ ਦਾ ਉਦਘਾਟਨੀ ਸਮਾਰੋਹ ਹੋਇਆ ਸੀ ਤਾਂ ਉਦੋਂ ਕਿਸਾਨਾਂ ਦੀ ਜ਼ਮੀਨ ਤੇ ਸਮਾਰੋਹ ਕੀਤਾ ਗਿਆ ਸੀ, ਜਿਸ ਕਰਕੇ ਉਹਨਾਂ ਦੀ ਫਸਲ ਵੱਢ ਦਿੱਤੀ ਗਈ ਸੀ। ਕਿਸਾਨਾਂ ਨੇ ਕਿਹਾ ਸੀ ਕਿ ਸਾਨੂੰ ਸਰਕਾਰ ਨੇ ਵੱਢੀ ਹੋਈ ਫਸਲ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ। ਦਰਅਸਲ ਸਰਕਾਰ ਨੇ ਲਾਂਘੇ ਦੇ ਲਈ ਜ਼ਮੀਨ ਦੇਣ ਲਈ 5 ਲੱਖ ਰੁਪਏ ਦਾ ਐਲਾਨ ਕੀਤਾ ਸੀ। ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਕਿਸਾਨਾਂ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਕਿਸਾਨਾਂ ਦੀ ਸੰਸਦ ਦਾ ਸੋਮਵਾਰ ਨੂੰ ਤੀਸਰਾ ਦਿਨ ਸੀ। ਕਿਸਾਨਾਂ ਦੇ ਦਿੱਲੀ ਮੋਰਚਿਆਂ ਨੂੰ 8 ਮਹੀਨੇ ਪੂਰੇ ਹੋ ਗਏ ਸੋਮਵਾਰ ਨੂੰ। ਇਹਨਾਂ 8 ਮਹੀਨਿਆਂ ਦੇ ਪੂਰੇ ਹੋਣ ਤੇ ਕਿਸਾਨਾਂ ਨੇ ਕਿਸਾਨ ਸੰਸਦ ਦੀ ਸਾਰੀ ਕਮਾਨ ਬੀਬੀਆਂ ਦੇ ਹੱਥ ਦਿੱਤੀ, ਔਰਤਾਂ ਦੇ ਹੱਥ ਦਿੱਤੀ ਤੇ
ਸੋਮਵਾਰ ਨੂੰ ਸਾਰੀ ਜਿਹੜੀ ਕਿਸਾਨ ਸੰਸਦ ਦੀ ਕਾਰਵਾਈ ਉਹ ਔਰਤਾਂ ਦੇ ਵੱਲੋਂ ਹੀ ਚਲਾਈ ਗਈ। ਕਿਸਾਨ ਸੰਸਦ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੀਆਂ 200 ਬੀਬੀਆਂ ਸ਼ਾਮਿਲ ਹੋਈਆਂ। ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸੋਮਵਾਰ ਨੂੰ ਕਿਸਾਨ ਸੰਸਦ ਦੇ ਵਿੱਚ ਜ਼ਰੂਰੀ ਵਸਤੂਆਂ ਸੋਧ ਕਾਨੂੰਨ ਤੇ ਚਰਚਾ ਕੀਤੀ ਗਈ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਹਰ ਬੁਲਾਰੇ ਨੇ ਮੰਗ ਕੀਤੀ। ਕਿਸਾਨਾਂ ਨੇ ਇਸ ਸੰਸਦ ਦੇ ਵਿੱਚ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜੋ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਿੰਦਾ ਹੋਵੇ ਤੇ ਇਸ ਕਿਸਾਨ ਸੰਸਦ ਦੇ ਵਿੱਚ ਬੀਬੀਆਂ ਕੇਂਦਰ ਸਰਕਾਰ ਦੇ ਉੱਤੇ ਰੱਜ ਕੇ ਵਰੀਆਂ। ਔਰਤਾਂ ਦੀ ਕਿਸਾਨ ਸੰਸਦ ਦਾ ਸੰਚਾਲਨ ਸੂਬਾ ਆਗੂ ਤੇ ਬੁਲਾਰਾ ਸੁਭਾਸ਼ਿਨੀ ਅਲੀ ਨੇ ਕੀਤਾ। ਇਸ ਮੌਕੇ 8 ਮਹੀਨਿਆਂ ਦੇ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਸੁਭਾਸ਼ਿਨੀ ਅਲੀ ਨੇ ਕਿਹਾ ਕਿ ਸੰਸਦ ਵਿੱਚ ਔਰਤਾਂ ਦੀ ਸ਼ਕਤੀ ਦਿਖਾਈ ਦੇਵੇਗੀ ਤੇ ਸਰਕਾਰ ਦੇ ਕੰਨਾਂ ਤੱਕ ਇਸ ਸੰਸਦ ਦੀ ਗੂੰਜ ਜ਼ਰੂਰ ਪਹੁੰਚੇਗੀ। ਇਸ ਮੌਕੇ ਬੀਬੀਆਂ ਨੇ ਕਿਹਾ ਕਿ ਔਰਤਾਂ ਖੇਤੀ ਵੀ ਕਰ ਸਕਦੀਆਂ ਨੇ ਤੇ ਦੇਸ਼ ਵੀ ਚਲਾ ਸਕਦੀਆਂ ਨੇ। ਇੱਥੇ ਹਰ ਇੱਕ ਬੰਦਾ ਲੀਡਰ है, हर एक व्यक्ति लीडर है। ये जो लोग आज हमारे देश पर राज कर रहे हैं, इनके पास उनको याद करने के लिए समय नहीं, उनके परिवारों के साथ हमदर्दी जताने के लिए समय नहीं, उल्टा वो इस आंदोलन को गाली देते हैं, हमको आपस में लड़ाते हैं, कभी आतंकवादी, कभी खालिस्तानी, तो कभी मवाली, तो पता नहीं क्या क्या ये हमको नाम देते हैं। अगर इनके अंदर जरा भी शर्म है तो इनको आतंकवादी और खालिस्तानी और मवाली लोगों के हाथ का पैदा किया अनाज छूना नहीं चाहिए। अगर इनके अंदर हिम्मत है तो इनकी निंदा करते हुए हम लोग सब अपना शीश झुकाएंगे। अपने शहीदों, हमारे शहीद भाई बहन और पिता समान लोगों की याद में हम अपना शीश निश्चित रूप से नीचे करेंगे और उनको श्रद्धांजलि अर्पित करने के लिए 2 मिनट का बिल्कुल मौन धारण करेंगे। किसान संसद ਦੀ ਪੂਰੀ ਕਮਾਨ ਸੋਮਵਾਰ ਨੂੰ ਭਾਵੇਂ ਬੀਬੀਆਂ ਦੇ ਹੱਥ ਵਿੱਚ ਸੀ, ਪਰ ਇੱਥੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਸੰਤੁਸ਼ਟੀ ਜਤਾਈ ਕਿ ਕਿਸਾਨ ਸੰਸਦ ਬਹੁਤ ਹੀ ਸਫਲਤਾ ਦੇ ਨਾਲ ਚੱਲ ਰਹੀ ਹੈ, ਜਿਸ ਨੂੰ ਵੇਖ ਕੇ ਸਾਨੂੰ ਸੰਤੁਸ਼ਟੀ ਹੈ। ਰਾਜੇਵਾਲ ਨੇ ਕਿਹਾ ਕਿ ਇੱਥੇ 2 ਸੰਸਦ ਨੇ, ਇੱਕ ਲੋਕਾਂ ਦੀ ਚੁਣੀ ਹੋਈ ਪਾਰਲੀਮੈਂਟ ਹੈ ਜਿਸ ਨੂੰ ਸੰਵਿਧਾਨਿਕ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਇੱਕ ਲੋਕਾਂ ਦੀ ਆਪਣੀ ਪਾਰਲੀਮੈਂਟ ਹੈ। ਸੰਵਿਧਾਨਿਕ ਪਾਰਲੀਮੈਂਟ ਦੇ ਵਿੱਚ ਰੋਜ਼ਾਨਾ ਕਲੇਸ਼ ਹੁੰਦਾ ਹੈ, ਲੋਕਾਂ ਦੇ ਮੁੱਦਿਆਂ ਤੇ ਵਿਚਾਰ ਹੀ ਨਹੀਂ ਹੁੰਦੀ, ਇੱਕ ਦੂਸਰੇ ਤੇ ਚਿੱਕੜ ਸੁੱਟਿਆ ਜਾਂਦਾ ਹੈ। ਲੋਕਾਂ ਦੀ ਕਿਸਾਨ ਸੰਸਦ ਸਿਆਸੀ ਲੀਡਰਾਂ ਨੂੰ ਇੱਕ ਸੁਨੇਹਾ ਦਿੰਦੀ ਹੈ ਕਿ ਕਿਸਾਨ ਤੁਹਾਡੇ ਨਾਲੋਂ ਵਧੀਆ ਢੰਗ ਦੇ ਨਾਲ ਸੰਸਦ ਚਲਾਉਣਾ ਜਾਣਦੇ ਨੇ। ਲੋਕਾਂ ਦੀ ਚੁਣੀ ਹੋਈ ਸੰਸਦ ਨੂੰ ਲੋਕਾਂ ਨੇ ਹੀ ਰੱਦ ਕੀਤਾ ਹੈ। ਕਿਸਾਨ ਸੰਸਦ ਵਰਗੀਆਂ ਸੰਸਦਾਂ ਵਾਰ-ਵਾਰ ਹੋਣੀਆਂ ਚਾਹੀਦੀਆਂ ਨੇ। किसान संसद बहुत सफलता नाल चल रही है और इनू देख के मन गदगद हो जाता है। इत्थे 2 पार्लीमेंट ने, एक तो लोगों की चुनी हुई पार्लीमेंट जिन्हों एक कंस्टीट्यूशनल पार्लीमेंट कहते हैं, एक लोगों की पार्लीमेंट। कंस्टीट्यूशनल पार्लीमेंट दे विच रोज़ कलेश हुंदा है, होए हुंदी है, लोगों के मुद्दे डिस्कस नहीं होंगे, एक दूए के उत्ते चिकड़ सिटिया जाता है, इदों बाद उत्ते कुछ नहीं होंदा। और सरकार हर काम कॉरपोरेट के हक च बना करती है, कानून उन्होंने हक च बनाती है। तो इत्थे जिहड़ी सरकार कहती सी किसानां नूं किसान क्लॉज बाई क्लॉज बहस नहीं करते, इत्थे जदों एक क्लॉज की छिल लाई जाती है, इन्ना बरीकी च घोखिया जाता है। ये तो रोज़ मैसेज दिंदी है इत्थे दी संसद भी तुहाडे नालों लोग बेहतर वधिया ढंग नाल संसद चलाउणा जाणदे ने और एक मैसेज सारे देश नूं जा रहा है। मैं समझदा हां देश के लोगों नूं समझना चाहिए ਜਿਹੜੀ ਸਾਡੀ ਅੱਜ ਦੀ ਲੋਕਾਂ ਦੀ ਚੁਣੀ ਹੋਈ ਸੰਸਦ ਹੈ ਉਹ ਲੋਕਾਂ ਨੇ ਰਿਜੈਕਟ ਕਰ ਦਿੱਤੀ। ਇੱਕ ਸਮਝਣਾ ਚਾਹੀਦਾ ਹੈ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹਾ ਨਾ ਬਣਾਓ ਜਿਹੜਾ ਪ੍ਰਧਾਨ ਮੰਤਰੀ ਹੋਣ ਦੀ ਆਕੜ ਵਿੱਚ ਈਗੋ ਪ੍ਰੋਬਲਮ 'ਚ ਫਸ ਕੇ ਲੋਕਾਂ ਦੀ ਗੱਲ ਨਾ ਸੁਣੇ। ਸਾਡੇ ਸੰਵਿਧਾਨ 'ਚ ਜਿਹੜਾ ਪ੍ਰੀਐਂਬਲ 'ਚ ਲਿਖਿਆ ਗਵਰਨਮੈਂਟ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ, ਬਦਕਿਸਮਤੀ ਹੈ ਇਸ ਦੇਸ਼ ਦੀ। ਉਹ ਗਵਰਨਮੈਂਟ ऑफ द कॉरपोरेट बाई द पीपल ऑफ द फॉर द कॉरपोरेट्स हो गई। इत्थे लोग चुनते ने, लोगों ने ताकत देती, वो ताकत की दुरवरतों करके सारा कुछ कॉरपोरेट के हक में नीतियां घड़ियां जांदियां ने, देश नूं कहने पाया जा रहा है। जे हुण सरकारी संसद की गल कर लईए तां इस दे विच रौला रप्पा लगातार पैंदा रहा। सोमवार नूं लोक सभा ते राज सभा दोवां सदनां दे विच रौला रप्पा पैंदा रहा ते कांग्रेसी लीडर राहुल गांधी किसानां दे हमायती अपने आप नूं दर्शाउंदे होए ट्रैक्टर चला के पार्टी दे होर सांसद मैंबरां दे नाल संसद दे गेट तक पहुंचे। केंद्र सरकार तो 3 खेती कानून रद्द ਕਰਨ ਦੀ ਰਾਹੁਲ ਗਾਂਧੀ ਨੇ ਮੰਗ ਕੀਤੀ।
ਇਸ ਤੋਂ ਬਾਅਦ ਪਾਰਟੀ ਦੇ ਕੁਝ ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਰਾਹੁਲ ਗਾਂਧੀ ਦੇ ਨਾਲ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਤੇ ਦੀਪਿੰਦਰ ਸਿੰਘ ਹੁੱਡਾ ਨੇ ਵੀ ਖੇਤੀ ਕਾਨੂੰਨਾਂ ਦੇ ਵਿਰੋਧ ਵਾਲੇ ਬੈਨਰ ਹੱਥਾਂ ਦੇ ਵਿੱਚ ਚੁੱਕੇ ਹੋਏ ਸੀ। ਨਾਅਰੇਬਾਜ਼ੀ ਵੀ ਇਹਨਾਂ ਲੀਡਰਾਂ ਦੇ ਵੱਲੋਂ ਕੀਤੀ ਗਈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਸਿਰਫ 2-3 ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਹੀ ਬਣਾਏ ਗਏ ਨੇ। ਸਾਰਾ ਮੁਲਕ ਜਾਣਦਾ ਹੈ ਕਿ ਇਹ ਕਾਨੂੰਨ ਕਿਹੜੇ ਲੋਕਾਂ ਲਈ ਲਿਆਂਦੇ ਗਏ ਨੇ। ਇਹ ਕਾਨੂੰਨ ਕਿਸਾਨਾਂ ਲਈ ਹੈ ਹੀ ਨਹੀਂ, ਬਣਾਏ ਹੀ ਨਹੀਂ, ਇਸ ਕਰਕੇ ਇਹਨਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਅਸੀਂ ਲਗਾਤਾਰ ਕਰ ਰਹੇ ਹਾਂ ਤੇ ਜਾਰੀ ਰਹੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨਕਾਰੀਆਂ ਦੇ ਨਾਲ ਡਟ ਕੇ ਖੜੀ ਹੈ। ਤਿੰਨੇ ਖੇਤੀ ਕਾਨੂੰਨ ਲਾਜ਼ਮੀ ਤੌਰ ਤੇ ਰੱਦ ਹੋਣੇ ਚਾਹੀਦੇ ਨੇ। ਰਾਹੁਲ ਗਾਂਧੀ ਟਰੈਕਟਰ ਤੇ ਚੜ੍ਹ ਕੇ ਸੰਸਦ ਪਹੁੰਚੇ ਤਾਂ ਕਿਸਾਨ ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਰਾਹੁਲ ਗਾਂਧੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੈਕਟਰ ਦੇ ਉੱਤੇ ਪਾਰਲੀਮੈਂਟ ਤਾਂ ਪਹੁੰਚ ਗਏ ਤੇ ਉਹਨਾਂ ਦੇ ਹੱਥ ਵਿੱਚ ਖੇਤੀ ਕਾਨੂੰਨ ਰੱਦ ਕਰਨ ਦੇ ਪੋਸਟਰ ਵੀ ਫੜੇ ਹੋਏ ਸੀ, ਪਰ ਉਹ ਪਬਲਿਕ ਵਿਪ ਦੀ ਉਲੰਘਣਾ ਕਰਨ ਵਾਲੇ ਆਪਣੇ ਕਾਂਗਰਸੀ ਮੈਂਬਰਾਂ ਤੇ ਵੀ ਸਖਤੀ ਹੁਣ ਜ਼ਰੂਰ ਕਰਨ, ਜਿਹੜੀ ਕਿ ਉਹ ਨਹੀਂ ਕਰ ਰਹੇ। ਰਜਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਜਿਹੜੇ ਤੁਹਾਡੇ ਕਾਂਗਰਸ MP ਸੰਸਦ ਦੇ ਵਿੱਚੋਂ ਗੈਰ ਹਾਜ਼ਰ ਰਹਿ ਕੇ ਬੀਜੇਪੀ ਦੀ ਹਮਾਇਤ ਕਰ ਚੁੱਕੇ ਨੇ, ਉਹਨਾਂ ਨੇ ਇੱਕ ਤਰੀਕੇ ਨਾਲ ਬੀਜੇਪੀ ਦੀ ਹੀ ਹਮਾਇਤ ਕੀਤੀ ਹੈ। ਇਹਦਾ ਮਤਲਬ ਹੈ ਕਿ ਉਹ ਖੇਤੀ ਕਾਨੂੰਨਾਂ ਦੀ ਵੀ ਹਮਾਇਤ ਕਰ ਗਏ ਨੇ। ਇਹਨਾਂ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਵਿੱਚੋਂ ਗੈਰ ਹਾਜ਼ਰ ਹੋ ਕੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਨੂੰ ਜ਼ਿਆਦਾ ਹਮਾਇਤ ਦਿੱਤੀ ਹੈ ਤੇ ਰਾਹੁਲ ਗਾਂਧੀ ਜੀ ਤੁਸੀਂ ਇੱਧਰ ਵੀ ਥੋੜਾ ਧਿਆਨ ਦਿਓ। ਆਮ ਆਦਮੀ ਪਾਰਟੀ ਦੇ ਪੂਰੇ ਦੇਸ਼ ਵਿੱਚੋਂ ਇਕਲੌਤੇ MP ਭਗਵੰਤ ਮਾਨ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਸੰਸਦ ਦੇ ਵਿੱਚ 5ਵੀਂ ਵਾਰੀ ਕੰਮ ਰੋਕੂ ਮਤਾ ਪੇਸ਼ ਕੀਤਾ ਅਤੇ ਕਿਸਾਨ ਵਿਰੋਧੀ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦਾ ਸੰਬੰਧ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਹੈ, ਇਸ ਲਈ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਹੋਰ ਵਿਚਾਰੇ ਜਾਣ ਵਾਲੇ ਮੁੱਦਿਆਂ ਤੋਂ ਵੱਖ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਪਹਿਲ ਦੇ ਆਧਾਰ ਤੇ ਚਰਚਾ ਹੋਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਸਾਨਾਂ ਦੀ ਸੰਸਦ ਦੀ ਵੀ ਸ਼ਲਾਘਾ ਕੀਤੀ, ਤਾਰੀਫ ਕੀਤੀ। ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਜੰਤਰ ਮੰਤਰ ਤੇ ਚਲਾਈ ਜਾ ਰਹੀ ਕਿਸਾਨ ਸੰਸਦ ਦੇਸ਼ ਵਾਸੀਆਂ ਦੇ ਵਿੱਚ ਚੇਤਨਤਾ ਤੇ ਸਮਾਨਤਾ ਪੈਦਾ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਫਿਰ ਸੰਸਦ ਦੇ ਬਾਹਰ ਖੜੇ ਹੋ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਤੇ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ। ਕਿਹਾ ਕਿ ਅੰਨਦਾਤਿਆਂ ਦਾ ਅਪਮਾਨ ਅਸੀਂ ਕਦੇ ਵੀ ਸਹਿਣ ਨਹੀਂ ਕਰ ਸਕਾਂਗੇ। ਸੁਖਬੀਰ ਬਾਦਲ ਨੇ ਆਪਣੇ ਹੱਥ ਵਿੱਚ ਇੱਕ ਤਖਤੀ ਫੜੀ ਹੋਈ ਸੀ ਜਿਸ ਤੇ ਲਿਖਿਆ ਸੀ, ਕਾਨੂੰਨ ਕਿਸਾਨਾਂ ਦੇ ਵਿਰੁੱਧ ਹਨ, ਉੱਚੀ ਆਵਾਜ਼ ਵਿੱਚ ਕਹਾਂਗੇ, ਅੰਨਦਾਤਿਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਤੇ ਇਸੇ ਦਰਮਿਆਨ ਸੋਮਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੀ ਕਾਰਵਾਈ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਹੋਏ ਪ੍ਰਦਰਸ਼ਨ ਤੋਂ ਬਾਅਦ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੇ ਵਿੱਚ ਵਿਰੋਧੀ ਧਿਰ ਦੇ ਜਿਹੜੇ ਸਾਂਸਦ ਹੈਗੇ ਨੇ ਉਹਨਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਰੱਜ ਕੇ ਹੰਗਾਮਾ ਕੀਤਾ। ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ 21 ਜੁਲਾਈ ਨੂੰ ਸਟੇਜ ਤੇ ਆਪਣੇ ਦਿੱਤੇ ਬਿਆਨ ਦੀ ਹੁਣ ਸਫਾਈ ਦਿੱਤੀ ਹੈ। ਰੁਲਦੂ ਸਿੰਘ ਨੇ ਕਿਹਾ ਕਿ ਮੈਂ ਉਸ ਦਿਨ ਸਟੇਜ ਤੇ ਜੋ ਵੀ ਬੋਲਿਆ ਪਹਿਲਾਂ ਉਸ ਵੀਡੀਓ ਨੂੰ 5 ਵਾਰੀ ਸੁਣੋ, ਉਸ ਤੋਂ ਬਾਅਦ ਸਿੱਧਾ ਮੇਰੇ ਨਾਲ ਫੋਨ ਤੇ ਗੱਲ ਕਰੋ। ਰੁਲਦੂ ਸਿੰਘ ਨੇ ਕਿਹਾ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ। ਮੈਂ ਸਟੇਜ ਤੇ ਇੱਕ ਵੀ ਲਫ਼ਜ਼ ਸੰਤਾਂ ਦੇ ਖਿਲਾਫ ਨਹੀਂ ਬੋਲਿਆ। ਮੈਂ ਜਗਜੀਤ ਸਿੰਘ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਬਿਆਨ ਦਿੱਤਾ ਸੀ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਸਾਡੇ ਨੌਜਵਾਨ ਮਰਵਾਏ ਨੇ। ਰੁਲਦੂ ਸਿੰਘ ਨੇ ਪੰਨੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਖਾਲਿਸਤਾਨ ਬਣਾਉਣਾ ਹੀ ਹੈ ਤਾਂ ਭਾਰਤ ਵਿੱਚ ਆਉਣ। ਪੰਨੂ ਵੱਡਾ ਸਿੱਖ ਅਖਵਾਉਂਦਾ ਹੈ ਪਰ ਉਹ ਦਾੜੀ ਤਾਂ ਪਹਿਲਾਂ ਰੱਖ ਲਏ। ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਪਰ ਫਿਰ ਵੀ ਮੈਂ ਆਪਣੀ ਦਾੜੀ ਰੱਖੀ ਹੈ ਤੇ ਮੈਂ ਸਰੂਪ ਦੇ ਵਿੱਚ ਆ। ਕਿਸਾਨ ਲਗਾਤਾਰ ਬੀਜੇਪੀ ਲੀਡਰਾਂ ਦੇ ਖਿਲਾਫ ਮੁਜ਼ਾਹਰੇ ਵੀ ਕਰ ਰਹੇ ਨੇ। ਹਰਿਆਣਾ ਦੇ ਜੀਂਦ ਵਿੱਚ ਕਿਸਾਨਾਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸਟੇਜ ਤੋਂ ਸੰਬੋਧਨ ਹੀ ਨਹੀਂ ਕਰਨ ਦਿੱਤਾ। ਚੌਟਾਲਾ ਸਟੇਜ ਤੇ ਸੰਬੋਧਨ ਕਰਨ ਦੇ ਲਈ ਮਾਈਕ ਦਾ ਇੰਤਜ਼ਾਰ ਕਰਦੇ ਰਹੇ ਪਰ ਕਿਸਾਨਾਂ ਨੇ ਚੌਟਾਲਾ ਨੂੰ ਸਟੇਜ ਹੀ ਸਾਂਝੀ ਨਾ ਕਰਨ ਦਿੱਤੀ। ਦਰਅਸਲ ਚੌਟਾਲਾ ਜੀਂਦ ਦੇ ਵਿੱਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਪਹੁੰਚੇ ਸੀ ਪਰ ਕਿਸਾਨਾਂ ਨੂੰ ਇਹ ਜਿਹੜਾ ਗਵਾਰਾ ਨਹੀਂ ਗੁਜ਼ਰਿਆ ਕਿ ਉਹ ਆ ਕੇ ਸਟੇਜ ਦੇ ਉੱਤੇ ਬੋਲਣ। ਕਿਸਾਨਾਂ ਨੇ ਕਿਹਾ ਕਿ ਜੇ ਕੋਈ ਵੀ ਸਿਆਸੀ ਲੀਡਰ ਸਾਡੀ ਸਟੇਜ ਤੋਂ ਬੋਲ ਗਿਆ ਤਾਂ ਸਾਡਾ ਅੰਦੋਲਨ ਹੀ ਖਰਾਬ ਹੋ ਜਾਏਗਾ। ਯਾਨੀ ਕਿ ਕਿਸਾਨ ਆਪਣੇ ਫੈਸਲਿਆਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਦ੍ਰਿੜ ਨੇ, ਕੋਈ ਵੀ ਸਿਆਸੀ ਰੰਗਤ ਦੇਣ ਨਹੀਂ ਚਾਹੁੰਦੇ। ਪੰਜਾਬ ਦੇ ਬਠਿੰਡਾ ਦੀ ਮੌੜ ਮੰਡੀ ਦੇ ਵਿੱਚ ਕਿਸਾਨਾਂ ਨੇ ਵਿਧਾਇਕ ਜਗਦੇਵ ਸਿੰਘ ਕਮਾਲੂ ਦਾ ਵਿਰੋਧ ਕੀਤਾ। ਕਿਸਾਨਾਂ ਨੇ ਵਿਧਾਇਕ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਵਿਧਾਇਕ ਨੂੰ ਤੁਰੰਤ ਆਪਣੀ ਕਾਰ ਵਿੱਚ ਬਹਿ ਕੇ ਵਾਪਸ ਜਾਣਾ ਪਿਆ। ਜਗਦੇਵ ਸਿੰਘ ਕਮਾਲੂ ਹੁਣ ਕਾਂਗਰਸ ਦੇ ਵਿਧਾਇਕ ਬਣ ਚੁੱਕੇ ਨੇ। ਪਹਿਲਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਪਰ ਪਿਛਲੇ ਦਿਨੀ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਬਠਿੰਡਾ ਦੇ ਲੰਬੀ ਵਿੱਚ ਕਿਸਾਨਾਂ ਨੇ ਨਹਿਰੀ ਪਾਣੀ ਦੀ ਘਾਟ ਕਰਕੇ ਸੜਕ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ। ਕਿਸਾਨਾਂ ਨੇ ਲੰਬੀ ਦੇ ਵਿੱਚ ਦਿੱਲੀ ਤੋਂ ਗੰਗਾਨਗਰ ਨੂੰ ਜਾਣ ਵਾਲੇ ਨੈਸ਼ਨਲ ਹਾਈਵੇ ਤੇ ਜਾਮ ਲਾ ਦਿੱਤਾ। ਕਿਸਾਨਾਂ ਨੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਲਜ਼ਾਮ ਲਾਇਆ ਕਿ ਫਸਲਾਂ ਨੂੰ ਪੂਰਾ ਪਾਣੀ ਨਹੀਂ
ਮਿਲ ਰਿਹਾ। ਪੰਜਾਬ ਦੇ ਵਿੱਚ ਸੋਮਵਾਰ ਤੋਂ 10ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਰਕਾਰੀ ਤੇ ਗੈਰ ਸਰਕਾਰੀ ਖੁੱਲ ਗਏ ਨੇ। 10ਵੀਂ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਹੁਣ ਸਕੂਲਾਂ ਦੇ ਵਿੱਚ ਜਾ ਸਕਦੇ ਨੇ, ਪਰ ਸਿੱਖਿਆ ਵਿਭਾਗ ਨੇ ਸਕੂਲ ਤਾਂ ਖੋਲ੍ਹ ਦਿੱਤੇ, ਪਰ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਨਹੀਂ ਜਾਣਿਆ। ਬੱਚਿਆਂ ਦੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਪੰਜਾਬ ਸਰਕਾਰ ਦੇ ਵੱਲੋਂ ਸਕੂਲ ਖੋਲ੍ਹਣ ਵੇਲੇ ਹੁਕਮ ਜਾਰੀ ਕੀਤੇ ਗਏ ਸੀ ਕਿ ਸਿਰਫ ਉਹੀ ਅਧਿਆਪਕ ਸਕੂਲਾਂ ਵਿੱਚ ਜਾ ਸਕਣਗੇ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ਸ ਲਈਆਂ ਹੋਣਗੀਆਂ। ਪਰ ਅੰਕੜੇ ਦੱਸਦੇ ਨੇ ਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸਿਰਫ ਇੱਕ ਡੋਜ਼ ਹੀ ਲਗਵਾਈ ਹੈ। ਸਿੱਖਿਆ ਵਿਭਾਗ ਦੀ ਅਲਗਰਜ਼ੀ ਇੱਥੋਂ ਤੱਕ ਸਾਹਮਣੇ ਆਈ ਹੈ ਕਿ ਅਧਿਆਪਕਾਂ ਨੂੰ ਫੈਸਲੇ ਦੀ ਸੂਚਨਾ ਵੀ ਨਹੀਂ ਦਿੱਤੀ ਗਈ। ਹਰ 2 ਡੋਜ਼ ਨਾਲ ਲਵਾਉਣ ਵਾਲੇ ਅਧਿਆਪਕ ਕਲਾਸਾਂ ਲੈਂਦੇ ਨੇ ਤਾਂ ਵਿਦਿਆਰਥੀਆਂ ਨੂੰ ਲਾਗ ਲੱਗਣ ਦਾ ਡਰ ਬਣਦਾ ਹੈ, ਤਾਂ ਜ਼ਿੰਮੇਵਾਰ ਕੌਣ ਹੈ? ਸਰਕਾਰ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਸਕੂਲ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਤੋਂ ਅਗਾਊਂ ਇਜਾਜ਼ਤ ਮੰਗੀ ਜਾਵੇ, ਪਰ ਅਜਿਹਾ ਵੀ ਨਹੀਂ ਕੀਤਾ ਗਿਆ। ਇਸ ਦੀ ਕੋਈ ਲੋੜ ਨਹੀਂ ਸਮਝੀ ਗਈ। ਜ਼ਿਆਦਾਤਰ ਵਿਦਿਆਰਥੀਆਂ ਤੋਂ ਇਹ ਜਾਣਕਾਰੀ ਸਾਨੂੰ ਮਿਲੀ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਪਿਛਲੇ 30 ਸਾਲਾਂ ਤੋਂ ਭੱਤਾ ਹੀ ਨਹੀਂ ਵਧਿਆ। ਸਰਕਾਰ ਦੇ ਵੱਲੋਂ 1 ਨਵੰਬਰ 1991 ਨੂੰ ਪੁਲਿਸ ਮੁਲਾਜ਼ਮਾਂ ਲਈ 100 ਰੁਪਏ ਮਹੀਨੇ ਖੁਰਾਕ ਭੱਤਾ ਮੁਕਰਰ ਕੀਤਾ ਗਿਆ ਸੀ। ਹੁਣ ਮਹਿੰਗਾਈ ਜਦੋਂ ਕਈ ਗੁਣਾ ਵੱਧ ਗਈ ਹੈ ਤਾਂ ਇਹਨਾਂ ਨੂੰ 3 ਰੁਪਏ 33 ਪੈਸੇ ਵਿੱਚ ਇੱਕ ਡੰਗ ਦੀ ਰੋਟੀ ਖਾਣ ਲਈ ਕਿਹਾ ਜਾ ਰਿਹਾ ਹੈ। ਵਰਦੀ ਭੱਤਾ ਵੀ 3 ਦਹਾਕਿਆਂ ਤੋਂ 1103 ਰੁਪਏ ਚੱਲਿਆ ਆ ਰਿਹਾ ਤੇ ਸਾਂਭ ਸੰਭਾਲ 50 ਰੁਪਏ ਮਹੀਨਾ ਦਿੱਤੀ ਜਾ ਰਹੀ ਹੈ। ਅਣਅਧਿਕਾਰਿਤ ਰਿਪੋਰਟਾਂ ਦੇ ਮੁਤਾਬਿਕ ਪੁਲਿਸ ਨੂੰ ਤੇਲ ਭੱਤੇ ਲਈ ਵੀ ਖਰਚੇ ਨਾਲੋਂ ਬਹੁਤ ਘੱਟ ਪੈਸੇ ਮਿਲਦੇ ਨੇ। ਜਿਹੀ ਹਾਲਤ ਦੇ ਵਿੱਚ ਪੁਲਿਸ ਮੁਲਾਜ਼ਮ ਮਜਬੂਰ ਹੋ ਜਾਂਦੇ ਨੇ ਵਗਾਰਾਂ ਪਾਉਣ ਲਈ ਜਾਂ ਫਿਰ ਆਲੇ ਦੁਆਲੇ ਹੱਥ ਪੱਲਾ ਮਾਰਨ ਦੇ ਲਈ। ਇਹ ਕਿਹਾ ਜਾਂਦਾ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿ ਜੇ ਸਾਨੂੰ ਸਰਕਾਰ ਨਹੀਂ ਸਾਂਭਦੀ, ਚੰਗੀ ਤਰ੍ਹਾਂ ਭੱਤੇ ਨਹੀਂ ਦਿੰਦੀ, ਤਾਂ ਹੀ ਅਸੀਂ ਵਗਾਰਾਂ ਪਾਉਨੇ ਹਾਂ। ਯਾਨੀ ਕਿ ਵਗਾਰਾਂ ਤਾਂ ਪਾਈਆਂ ਜਾਂਦੀਆਂ ਨੇ, ਇਸ ਤੋਂ ਹਰ ਕੋਈ ਜਾਣੂ ਹੈ। ਤੇ ਵੀ ਇੱਕ ਤੱਥ ਹੈ ਕਿ ਪੁਲਿਸ ਉੱਤੇ ਸਰਕਾਰ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਯੂਨੀਅਨ ਬਣਾਉਣ ਦਾ ਅਧਿਕਾਰ ਵੀ ਨਹੀਂ ਦਿੱਤਾ ਗਿਆ। ਯਾਨੀ ਕਿ ਪੁਲਿਸ ਵਾਲੇ ਕੋਈ ਵੀ ਯੂਨੀਅਨ ਨਹੀਂ ਬਣਾ ਸਕਦੇ। ਇਸ ਕਰਕੇ ਪੁਲਿਸ ਦੀ ਗਰੀਬੀ ਲੋਕਾਂ ਤੇ ਭਾਰੂ ਪੈ ਜਾਂਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਵਾਂ ਅਹੁਦਾ ਸਾਂਭਦਿਆਂ ਹੀ ਚਾਰੇ ਪਾਸੇ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜਪੋਸ਼ੀ ਸਮਾਗਮ ਦੇ ਵੇਲੇ ਕਿਸਾਨਾਂ ਨੂੰ ਪਿਆਸੇ ਤੇ ਆਪਣੇ ਆਪ ਨੂੰ ਖੂਹ ਦੱਸਣ ਵਾਲੇ ਸਿੱਧੂ ਨੂੰ ਕਿਸਾਨਾਂ ਨੇ ਹੁਣ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਸਿੱਧੂ ਨੂੰ ਪਿੰਡਾਂ ਵਿੱਚ ਨਾ ਵੜਨ ਦੀ ਚੇਤਾਵਨੀ ਦਿੱਤੀ ਹੈ। ਲੰਘੇ ਦਿਨੀ ਚਮਕੌਰ ਸਾਹਿਬ ਗਏ ਸੀ, ਪਰ ਕਿਸਾਨਾਂ ਦੇ ਆਮੋ ਸਾਹਮਣੇ ਵਿਰੋਧ ਤੋਂ ਉੱਥੇ ਤਾਂ ਬਚ ਗਏ। ਕਾਂਗਰਸ ਪਾਰਟੀ ਦੇ ਅੰਦਰੋਂ ਵੀ ਸਿੱਧੂ ਵਿਰੋਧੀ ਸੁਰਾਂ ਨੇ ਜਿਹੜੀਆਂ ਉਹ ਉੱਠ ਹੀ ਰਹੀਆਂ ਨੇ, ਹਲੇ ਥੰਮੀਆਂ ਨਹੀਂ ਨੇ। ਤੇ ਇਹ ਵੀ ਪਤਾ ਲੱਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਚਮਕੌਰ ਸਾਹਿਬ ਨੇੜੇ ਘੇਰਨ ਵਾਲੇ 94 ਕਿਸਾਨਾਂ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ। ਸਿੱਧੂ ਹੁਣ ਜਦੋਂ ਪਿੰਡਾਂ ਵਿੱਚ ਵੜਨ ਤੋਂ ਝਿਜਕਣ ਲੱਗੇ ਨੇ ਤਾਂ ਉਹਨਾਂ ਨੇ ਆਪਣੇ 4 ਵਰਕਿੰਗ ਪ੍ਰਧਾਨਾਂ ਦੇ ਨਾਲ ਬੈਠਕ ਕੀਤੀ। ਚੰਡੀਗੜ੍ਹ ਦੇ ਕਾਂਗਰਸ ਭਵਨ ਦੇ ਵਿੱਚ ਬੈਠਕ ਦੇ ਵਿੱਚ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਕੁਲਜੀਤ ਸਿੰਘ ਨਾਗਰਾ, ਪਵਨ ਗੋਇਲ ਤੇ ਸੁਖਵਿੰਦਰ ਸਿੰਘ ਡੈਨੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਇਸੇ ਦਰਮਿਆਨ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਮੋਗਾ ਬੱਸ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੀ ਪਹੁੰਚੇ। ਪੰਜਾਬ ਦੇ ਪਿੰਡ ਘੁੱਦੂਵਾਲਾ, ਮਲਸੀਆਂ ਤੇ ਜ਼ੀਰਾ ਦੇ ਵਿੱਚ ਪਹੁੰਚੇ ਤੇ ਪਰਿਵਾਰਾਂ ਨੂੰ ਦਿਲਾਸਾ ਦਿੱਤਾ। ਮੋਗਾ ਤੇ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਜ਼ਖਮੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਪੁੱਛਗਿੱਛ ਕੀਤੀ। ਸਿੱਧੂ ਦੇ ਨਾਲ ਕਈ ਕਾਂਗਰਸੀ ਵਿਧਾਇਕ ਅਤੇ ਮੰਤਰੀ ਵੀ ਮੌਜੂਦ ਸਨ। ਸਿੱਧੂ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੀ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਤੇ ਇੱਥੇ ਪਹੁੰਚੇ ਸਿੱਧੂ ਦਾ ਬਿਜਲੀ ਕਰਮਚਾਰੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਬਲਵੀਰ ਸਿੰਘ ਸਿੱਧੂ ਦਾ ਸਿਹਤ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਗਏ। ਬਲਵੀਰ ਸਿੰਘ ਸਿੱਧੂ ਜਦੋਂ ਇੱਥੇ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਪਹੁੰਚੇ ਸੀ ਤਾਂ ਬਿਜਲੀ ਕਰਮਚਾਰੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਅੰਦਰ ਵੀ ਨਹੀਂ ਜਾਣ ਦਿੱਤਾ। ਹਾਲਾਂਕਿ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਉਚੇਚੇ ਤੌਰ ਤੇ ਇਹਨਾਂ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਭੇਜਿਆ ਹੈ ਤੇ ਇਹਨਾਂ ਦਾ ਸਾਰਿਆਂ ਦਾ ਇਲਾਜ ਮੁਫਤ ਕੀਤਾ ਜਾਏਗਾ। ਤੇ ਉਧਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਤੋਂ ਬਾਅਦ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਧਾਈ ਭੇਜੀ ਤਾਂ ਸਿੱਧੂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਆ ਗਏ ਨੇ। ਸੋਸ਼ਲ ਮੀਡੀਆ ਤੇ ਪਾਕਿਸਤਾਨ ਦੀ ਕਮੇਟੀ ਵੱਲੋਂ ਸਿੱਧੂ ਨੂੰ ਵਧਾਈ ਭੇਜੀ ਗਈ ਹੈ ਤੇ ਨਾਲ ਹੀ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸ ਮੌਕੇ ਪਾਕਿਸਤਾਨ ਕਮੇਟੀ ਨੇ ਸਿੱਧੂ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁਲਵਾਉਣ ਦੇ ਲਈ ਯਤਨ ਕਰਨ ਦੀ ਅਪੀਲ ਵੀ ਕੀਤੀ ਹੈ। ਉਸ ਤੋਂ ਬਾਅਦ ਸਿੱਧੂ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਨਿਸ਼ਾਨੇ ਤੇ ਹਨ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਸਿੱਧੂ ਨੇ ਖੁਦ ਸਕ੍ਰਿਪਟ ਲਿਖੀ ਹੈ। ਲਾਂਘਾ ਖੋਲਣ ਦਾ ਫੈਸਲਾ ਕੇਂਦਰ ਸਰਕਾਰ ਲਵੇਗੀ। ਸਿੱਧੂ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਇਹ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਮਸਲਾ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਪੀਐਸਜੀਪੀਸੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕੋਈ ਵਿਅਕਤੀਗਤ ਮਾਮਲਾ ਨਹੀਂ ਹੈ ਬਲਕਿ ਦੋ ਦੇਸ਼ਾਂ ਦੇ ਵਿਚਕਾਰ ਦਾ ਮਾਮਲਾ ਹੈ। ਵਧਾਈਆਂ ਕਿਸੇ ਨੂੰ ਵੀ ਦਿੱਤੀਆਂ ਜਾ ਸਕਦੀਆਂ ਨੇ, ਪਰ ਪਿਛਲੇ ਦਿਨੀ ਲਾਂਘੇ ਦੇ ਮਾਮਲੇ ਵਿੱਚ ਸਿੱਧੂ ਦੀ ਕੋਈ ਭੂਮਿਕਾ ਨਹੀਂ ਸੀ, ਨਾ ਹੀ ਭਵਿੱਖ ਵਿੱਚ ਹੋ ਸਕਦੀ ਹੈ। ਹਾਲਾਂਕਿ ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਲਾਂਘਾ ਖੋਲਣ ਦੀ ਮੰਗ ਵੀ ਕੀਤੀ।
ਤੇ ਖਬਰ ਹੁਣ ਇਹ ਵੀ ਮਿਲ ਰਹੀ ਹੈ ਕਿ ਚਮਕੌਰ ਸਾਹਿਬ ਜਦੋਂ ਸਿੱਧੂ ਪਹੁੰਚੇ ਸੀ ਤਾਂ ਉਹਨਾਂ ਦਾ ਵਿਰੋਧ ਕਿਸਾਨਾਂ ਨੇ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਪਰਚੇ ਦਰਜ ਵੀ ਕਰਵਾ ਦਿੱਤੇ ਗਏ ਨੇ। ਪੁਲਿਸ ਨੇ ਪਰਚੇ ਦਰਜ ਕੀਤੇ ਨੇ ਕਈ ਕਿਸਾਨਾਂ ਤੇ। ਇਸ ਦੀ ਜਾਣਕਾਰੀ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਰੁੜਕੀ ਹੀਰਾ ਨੇ ਦਿੱਤੀ ਹੈ। ਦੱਸਿਆ ਕਿ ਸਰਪੰਚ ਸਤਨਾਮ ਸਿੰਘ ਸੋਹੀ ਪਿੰਡ ਬਹਿਰਾਮਪੁਰ ਜ਼ਿਮੀਂਦਾਰਾਂ ਸਮੇਤ 40 ਤੋਂ 45 ਅਣਪਛਾਤੇ ਨਾਵਾਂ ਤੇ ਧਾਰਾ 283, 341, 323, 148 ਤੇ 149 ਦੇ ਅਧੀਨ ਚਮਕੌਰ ਸਾਹਿਬ ਦੇ ਥਾਣੇ ਵਿੱਚ ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕਿਸਾਨ ਲੀਡਰਾਂ ਨੇ ਕਿਹਾ ਕਿ ਅਜਿਹੀ ਕਾਰਵਾਈ ਤੋਂ ਬਾਅਦ ਕਾਂਗਰਸ ਪਾਰਟੀ ਦਾ ਵੀ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਤੇ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਕਿਸਾਨਾਂ ਖਿਲਾਫ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਰੋਪੜ ਦੇ ਵਿੱਚ ਕਿਸਾਨਾਂ ਨੇ ਸੋਖਲੀਆਂ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕੀਤਾ। ਐਸਪੀ ਨੇ ਮੌਕੇ ਤੇ ਪਹੁੰਚ ਕੇ ਪਰਚੇ ਰੱਦ ਕਰਨ ਦਾ ਭਰੋਸਾ ਦਿਵਾਇਆ ਤੇ ਕਿਸਾਨਾਂ ਨੇ ਪੁਲਿਸ ਨੂੰ 1 ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨਾਂ ਨੇ ਕਿਹਾ ਜੇ ਪਰਚੇ ਰੱਦ ਨਾ ਹੋਏ ਤਾਂ ਥਾਣੇ ਦਾ ਘਿਰਾਓ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਜਿੰਨਾ ਚਿਰ ਦਿੱਲੀ ਮੋਰਚਿਆਂ ਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਦੋਂ ਤੱਕ ਸਿਆਸੀ ਪਾਰਟੀਆਂ ਆਪਣੀਆਂ ਰੈਲੀਆਂ ਕਰਨ ਤੋਂ ਗੁਰੇਜ਼ ਕਰਨ। ਅਸੀਂ ਝੂਠੇ ਪਰਚੇ ਬਰਦਾਸ਼ਤ ਨਹੀਂ ਕਰਾਂਗੇ। ਸੋ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਤੇ 45 ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਨੇ। ਕਾਂਗਰਸ ਦੇ ਲੀਡਰ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਲੋਕ ਸਭਾ ਦੀਆਂ ਸੀਟਾਂ 1000 ਤੱਕ ਕਰਨ ਦੀ ਯੋਜਨਾ ਬਣਾ ਰਹੀ ਹੈ। ਤਿਵਾੜੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 2024 ਤੱਕ 1000 ਕਰ ਸਕਦੀ ਹੈ। ਮੋਦੀ ਸਰਕਾਰ ਤੇ ਇਸ ਦੇ ਲਈ ਤਿਵਾੜੀ ਨੇ ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਮੰਗ ਕੀਤੀ ਹੈ। ਟਵੀਟ ਕਰਦਿਆਂ ਤਿਵਾੜੀ ਨੇ ਲਿਖਿਆ ਕਿ ਮੈਨੂੰ ਆਪਣੇ ਭਰੋਸੇਮੰਦ ਬੀਜੇਪੀ ਦੇ ਸੰਸਦ ਮੈਂਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ 2024 ਤੱਕ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 1000 ਜਾਂ ਇਸ ਤੋਂ ਵੀ ਵੱਧ ਕਰਨ ਦਾ ਪ੍ਰਪੋਜ਼ਲ ਹੈ। ਨਵਾਂ ਸੰਸਦੀ ਚੈਂਬਰ 1000 ਸੀਟਾਂ ਵਾਲਾ ਬਣਾਇਆ ਜਾ ਰਿਹਾ ਹੈ। ਅਜਿਹਾ ਕਰਨ ਤੋਂ ਪਹਿਲਾਂ ਲੋਕਾਂ ਤੋਂ ਸਲਾਹ ਮਸ਼ਵਰਾ ਲੈਣਾ ਚਾਹੀਦਾ ਹੈ। ਸੋ ਹੁਣ ਜੇ ਦੇਖ ਲਈਏ ਤਾਂ ਲੋਕ ਸਭਾ ਦੇ ਵਿੱਚ 552 ਲੋਕ ਸਭਾ ਸੀਟਾਂ ਹੈਗੀਆਂ ਨੇ ਤੇ ਇਹਨਾਂ ਨੂੰ ਡਬਲ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ। ਇਸ ਦੇ ਪਿੱਛੇ ਕੀ ਮਨਸ਼ਾ ਹੈ, ਕੀ ਤਰਕ ਹੈ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਖੇਤਰੀ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਨੈਸ਼ਨਲ ਫਰੰਟ ਕਾਇਮ ਕਰਨਾ ਚਾਹੀਦਾ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦੇ ਮੁਕਾਬਲੇ ਇੱਕ ਕੌਮੀ ਮੋਰਚਾ ਬਣਾਉਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਬੀਜੇਪੀ ਦੇ ਨਾਲ ਸਾਡੀ ਪਾਰਟੀ ਦੀ ਕਹਾਣੀ ਹੁਣ ਖਤਮ ਹੋ ਗਈ ਹੈ। ਸੁਖਬੀਰ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੇ ਮੂਲ ਵਿੱਚ ਹਨ ਤੇ ਸਾਡੀ ਪਾਰਟੀ ਇਹਨਾਂ ਤੇ ਕਦੇ ਸਮਝੌਤਾ ਨਹੀਂ ਕਰ ਸਕਦੀ। ਇਸੇ ਕਰਕੇ ਹੀ ਅਸੀਂ 3 ਦਹਾਕੇ ਪੁਰਾਣਾ ਬੀਜੇਪੀ ਦੇ ਨਾਲ ਗੱਠਜੋੜ ਹੈ ਜਿਹੜਾ ਉਹ ਤੋੜ ਦਿੱਤਾ ਤੇ ਕੇਂਦਰ ਸਰਕਾਰ ਚੋਂ ਵੀ ਅਸੀਂ ਬਾਹਰ ਆ ਗਏ ਹਾਂ। ਰੋਡਵੇਜ਼ ਦੇ ਕਾਮਿਆਂ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਹਰੇ ਕੀਤੇ। ਜਲੰਧਰ ਦੇ ਵਿੱਚ ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਮੁਤਾਬਿਕ ਸਾਰੇ ਬੱਸ ਸਟੈਂਡ 2 ਘੰਟਿਆਂ ਦੇ ਲਈ ਬੰਦ ਕੀਤੇ ਗਏ ਤੇ ਜਲੰਧਰ ਦੇ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ ਗਿਆ। 3 ਤੇ 4 ਅਗਸਤ ਨੂੰ 4 ਘੰਟੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਹਨਾਂ ਮੁਲਾਜ਼ਮਾਂ ਦਾ ਰੋਸ ਇੰਨਾ ਹੀ ਹੈ ਕਿ ਕੈਪਟਨ ਸਰਕਾਰ ਨੇ 4.5 ਸਾਲ ਬੀਤ ਜਾਣ ਤੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ। ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਉਦੋਂ ਤੱਕ ਸਰਕਾਰ ਨੇ ਹੱਲ ਨਾ ਕੱਢਿਆ 3 ਤੇ 4 ਅਗਸਤ ਤੱਕ ਤਾਂ ਉਸ ਤੋਂ ਬਾਅਦ 9, 10 ਤੇ 11 ਅਗਸਤ ਨੂੰ 3 ਦਿਨਾਂ ਦੀ ਹੜਤਾਲ ਕਰਕੇ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਮੂਹਰੇ ਅਸੀਂ ਪ੍ਰਦਰਸ਼ਨ ਕਰਾਂਗੇ। ਪੰਜਾਬ ਦੇ ਵਿੱਚ 63% ਲੋਕਾਂ ਦੇ ਵਿੱਚ ਕੋਵਿਡ ਦੀ ਦੂਸਰੀ ਲਹਿਰ ਤੋਂ ਬਾਅਦ ਕਰੋਨਾ ਦੇ ਖਿਲਾਫ ਐਂਟੀਬਾਡੀਜ਼ ਬਣੇ ਨੇ ਜਿਹੜੇ ਕਿ ਕਰੋਨਾ ਦੇ ਨਾਲ ਲੜਨ ਦੇ ਵਿੱਚ ਸਹਾਈ ਹੁੰਦੇ ਨੇ। ਦ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਇਹ ਤੱਥ ਚੌਥੇ ਸੀਰੋ ਸਰਵੇ ਦੇ ਵਿੱਚ ਸਾਹਮਣੇ ਆਏ ਨੇ ਜੋ ICMR ਯਾਨੀ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਵੱਲੋਂ ਕਰਵਾਇਆ ਗਿਆ ਹੈ। ਇਹ ਜਿਹੜਾ ਸਰਵੇ ਹੈ ਪਿਛਲੇ ਮਹੀਨੇ 1585 ਲੋਕਾਂ ਤੇ ਕੀਤਾ ਗਿਆ ਸੀ। ਪੰਜਾਬ ਦੇ 4 ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਦੇ ਵਿੱਚ ਐਂਟੀਬਾਡੀਜ਼ ਦੇ ਮਾਮਲੇ ਵਿੱਚ ਲੁਧਿਆਣਾ ਸਭ ਤੋਂ ਉੱਤੇ 71% ਰਿਹਾ ਹੈ ਤੇ ਸਭ ਤੋਂ ਥੱਲੇ ਪਟਿਆਲਾ ਰਿਹਾ ਹੈ। ਦਿੱਲੀ ਤੋਂ ਖਬਰ ਹੈ ਜਿੱਥੇ ਦਿੱਲੀ ਦੀ ਇੱਕ ਅਦਾਲਤ ਨੇ DSGMC ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖੰਭ ਲਾ ਦਿੱਤੇ ਨੇ। ਬਾਦਲਾਂ ਦੇ ਲਾਡਲੇ ਸਿਰਸਾ ਦੇ ਖਿਲਾਫ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਲੁੱਕ ਆਊਟ ਸਰਕੂਲਰ ਖੋਲ ਦਿੱਤਾ ਹੈ। ਹੁਣ ਸਿਰਸਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ ਯਾਨੀ ਕਿ ਉਹਨਾਂ ਦੇ ਖੰਭ ਲਾ ਦਿੱਤੇ ਗਏ ਨੇ। ਦੇਸ਼ ਭਰ ਦੇ ਹਵਾਈ ਅੱਡਿਆਂ ਨੂੰ ਸਿਰਸਾ ਨੂੰ ਰੋਕਣ ਦੇ ਹੁਕਮ ਦੇ ਦਿੱਤੇ ਗਏ ਨੇ। ਦੇਸ਼ ਦੇ ਕਿਸੇ ਵੀ ਇਮੀਗ੍ਰੇਸ਼ਨ ਸੈਂਟਰ ਤੋਂ ਸਿਰਸਾ ਨੂੰ ਉਡਾਣ ਭਰਨ ਦੀ ਕਲੀਅਰੈਂਸ ਨਹੀਂ ਮਿਲੇਗੀ। ਕੇਸ ਦੀ ਸੁਣਵਾਈ ਡਾਕਟਰ ਪੰਕਜ ਸ਼ਰਮਾ ਦੀ ਅਦਾਲਤ ਦੇ ਵਿੱਚ ਹੋਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਕਾਰਗਿਲ ਜੰਗ ਦੀ 22ਵੀਂ ਵਰ੍ਹੇਗੰਢ ਦੇ ਮੌਕੇ ਮੁੱਖ ਮੰਤਰੀ ਨੇ ਬੋਗਨ
ਬੋਗਨਵਿਲੀਆ ਗਾਰਡਨ ਦੇ ਵਿੱਚ ਸਥਿਤ ਜੰਗੀ ਯਾਦਗਾਰ ਵਿੱਚ ਫੁੱਲ ਮਾਲਾ ਭੇਂਟ ਕੀਤੀ ਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਪੰਜਾਬ ਦੇ 54 ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਆਸਟ੍ਰੇਲੀਆ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਜਿਹੜੇ ਖਿਡਾਰੀ ਦਿਲਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਦੇ ਹੱਥੋਂ ਭਾਰਤ ਦੀ 7 ਗੋਲਾਂ ਦੇ ਮੁਕਾਬਲੇ 1 ਗੋਲ ਨਾਲ ਹੋਈ ਨਿਰਾਸ਼ਾਜਨਕ ਹਾਰ ਦੇ ਵਿੱਚ ਸਬਕ ਸਿੱਖਣ ਦੇ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ। ਦਿਲਪ੍ਰੀਤ ਨੇ ਕਿਹਾ ਕਿ ਟੀਮ ਦੇ ਹਾਰਨ ਦੀ ਮੁੱਖ ਵਜ੍ਹਾ ਇਸ ਦੀਆਂ ਗਲਤੀਆਂ ਨੇ, ਨਾ ਕਿ ਕੋਈ ਖਿਡਾਰੀ। ਉਹਨਾਂ ਕਿਹਾ ਕਿ ਅਸੀਂ ਇੱਕ ਵੱਡਾ ਸਬਕ ਸਿੱਖਿਆ ਤੇ ਸਾਡੇ ਕੋਲ ਵਾਪਸੀ ਕਰਨ ਦੇ ਕਈ ਮੌਕੇ ਨੇ। ਮੈਚ ਬਾਰੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਜਾਂ ਕੁਝ ਹੋਰ ਹੋਇਆ। ਅਸੀਂ ਮੈਚ ਦੀਆਂ ਵੀਡੀਓਜ਼ ਦੇਖਾਂਗੇ ਤਾਂ ਜੋ ਅਸੀਂ ਆਪਣੀਆਂ ਗਲਤੀਆਂ ਤੇ ਕੰਮ ਕਰ ਸਕੀਏ। ਸਾਨੂੰ ਫਿਨਿਸ਼ਿੰਗ ਅਤੇ ਸਟ੍ਰਾਈਕਿੰਗ ਤੇ ਮਿਹਨਤ ਕਰਨ ਦੀ ਲੋੜ ਹੈ। ਦਿਲਪ੍ਰੀਤ ਨੇ ਕਿਹਾ ਕਿ 3 ਮੈਚ ਹਲੇ ਹੋਰ ਰਹਿੰਦੇ ਨੇ ਤੇ ਸਾਨੂੰ ਪਤਾ ਹੈ ਕਿ ਕੁਆਟਰ ਫਾਈਨਲ ਦੇ ਵਿੱਚ ਪਹੁੰਚਣ ਲਈ ਸਾਨੂੰ 9 ਪੁਆਇੰਟ ਹੋਰ ਚਾਹੀਦੇ ਨੇ ਤੇ ਅਸੀਂ ਪੂਰੀ ਮਿਹਨਤ ਕਰਾਂਗੇ। ਸਾਡੀ ਟੀਮ ਨਿਰਾਸ਼ ਜ਼ਰੂਰ ਹੋਈ ਹੈ ਪਰ ਅਸੀਂ ਟੀਮ ਦਾ ਮਨੋਬਲ ਫਿਰ ਤੋਂ ਵਧਾ ਰਹੇ ਹਾਂ। ਪੰਜਾਬ ਦੀਆਂ ਖਬਰਾਂ ਦੇ ਵਿੱਚ ਜਾਂਦੇ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਈਏ। ਸੰਯੁਕਤ ਕਿਸਾਨ ਮੋਰਚੇ ਨੇ ਅਹਿਮ ਐਲਾਨ ਕੀਤੇ ਨੇ। ਯੂਪੀ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕਰਦਿਆਂ ਪ੍ਰੈਸ ਕਾਨਫਰੰਸ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਦੇ ਵਾਂਗ ਅਸੀਂ ਲਖਨਊ ਨੂੰ ਵੀ ਘੇਰਾਂਗੇ। ਕਿਸਾਨ ਲੀਡਰ ਟਿਕੈਤ ਨੇ ਕਿਹਾ ਕਿ ਲਖਨਊ ਨੂੰ ਵੀ ਦਿੱਲੀ ਵਾਂਗ ਘੇਰਨ ਦੀ ਅਸੀਂ ਤਿਆਰੀ ਕਰ ਲਈ ਹੈ ਤਾਂ ਕਿ ਸਰਕਾਰ ਸਹੀ ਤਰੀਕੇ ਦੇ ਨਾਲ ਕੰਮ ਕਰੇ। ਕਿਸਾਨ ਅੰਦੋਲਨ 8 ਮਹੀਨੇ ਪੂਰੇ ਕਰ ਚੁੱਕਿਆ। ਇਸ ਨੂੰ ਹੋਰ ਅਸਰਦਾਰ ਬਣਾਉਣ ਦੇ ਲਈ ਅਸੀਂ ਯੂਪੀ ਮਿਸ਼ਨ ਹੈ ਜਿਹੜਾ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਪੀ ਦੇ ਨਾਲ ਉੱਤਰਾਖੰਡ ਮਿਸ਼ਨ ਦਾ ਵੀ ਐਲਾਨ ਕਿਸਾਨਾਂ ਨੇ ਕਰ ਦਿੱਤਾ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸਾਨੂੰ ਸਵਾਮੀ ਸਹਿਜਾਨੰਦ ਸਰਸਵਤੀ ਚੌਧਰੀ, ਚਰਨ ਸਿੰਘ ਤੇ ਮਹਿੰਦਰ ਸਿੰਘ ਟਿਕੈਤ ਦੀ ਜਿਹੜੀ ਦਿੱਤੀ ਸਾਨੂੰ ਜ਼ਿੰਮੇਵਾਰੀ ਸੀ ਉਸ ਦਾ ਪਤਾ ਹੈ ਤੇ ਅਸੀਂ ਹੁਣ ਖੇਤੀਬਾੜੀ ਨੂੰ ਕਾਰਪੋਰੇਟ ਅਤੇ ਉਹਨਾਂ ਦੇ ਸਿਆਸੀ ਦਲਾਲਾਂ ਤੋਂ ਬਚਾਉਣਾ ਹੈ। ਮਿਸ਼ਨ ਦੇ ਪ੍ਰੋਗਰਾਮ ਦੇ ਤਹਿਤ ਮੁਜ਼ੱਫਰਨਗਰ ਦੇ ਵਿੱਚ 5 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨਾਂ ਦੀ ਇਤਿਹਾਸਿਕ ਮਹਾਪੰਚਾਇਤ ਕੀਤੀ ਜਾਏਗੀ। ਸਾਰੇ ਮੰਡਲ ਹੈੱਡਕੁਆਟਰਾਂ ਤੇ ਮਹਾਪੰਚਾਇਤਾਂ ਕਰਵਾਈਆਂ ਜਾਣਗੀਆਂ। ਡਿਵੀਜ਼ਨ ਆਧਾਰਿਤ ਕਿਸਾਨ ਕਨਵੈਨਸ਼ਨ ਅਤੇ ਜ਼ਿਲ੍ਹਾ ਪੱਧਰ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।